ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਨੀ ਵੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਹੈ, ਜੋ ਵੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਪਣੀ ਰਸਨਾ ਦੇ ਨਾਲ ਜਪਦੇ ਹਨ। ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੂਰੀ ਦੁਨੀਆ ਦੇ ਵਿੱਚ ਸਤਿਨਾਮ ਦਾ ਚੱਕਰ ਫਿਰਾਇਆ। ਜਿੱਥੇ ਵੀ ਗਏ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਹੈ। ਭਾਈ ਬਾਲਾ ਜੀ ਚੌਰ ਸਾਹਿਬ ਦੀ ਸੇਵਾ ਕਰਿਆ ਕਰਦੇ ਸਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਨੀਆ ਨੂੰ ਦੂਰ ਦੂਰ ਜਾ ਕੇ ਜਿਹੜੀਆਂ ਦੇਹਾਂ, ਜਿਹੜੇ ਤਨ ਮਨ ਭੁੱਲ ਗਏ ਸਨ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਪਰਮੇਸ਼ਰ ਜੀ ਨੂੰ, ਪਰਮਾਤਮਾ ਨਿਰੰਕਾਰ ਜੀ ਨੂੰ, ਸਤਿਨਾਮ ਜੀ ਨੂੰ, ਉਹਨਾਂ ਨੂੰ ਸਤਿਨਾਮ ਦਾ ਉਪਦੇਸ਼ ਬਖਸ਼ਿਸ਼ ਕਰਿਆ ਕਰਦੇ ਸਨ। ਦਾਸ ਦੇ ਹੱਥਾਂ ਵਿੱਚ ਜਨਮ ਸਾਖੀ ਹੈ ਭਾਈ ਬਾਲਾ ਜੀ ਵਾਲੀ। ਧੰਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਬਾਲਾ ਜੀ ਨੂੰ ਪੁੱਛਿਆ ਕਰਦੇ ਸਨ, ਭਾਈ ਬਾਲਾ, ਤੂੰ ਬਾਬਾ ਜੀ ਦੇ ਨਾਲ ਰਿਹਾ ਹੈ, ਸਤਿਗੁਰਾਂ ਦੇ ਨਾਲ ਰਿਹਾ ਹੈ, ਸਤਿਗੁਰਾਂ ਦੇ ਕੀ ਕੀ ਕੌਤਕ ਸਨ, ਕਿਵੇਂ ਕਿਵੇਂ ਦੁਨੀਆ ਨੂੰ ਸਤਿਗੁਰਾਂ ਨੇ ਤਾਰਿਆ ਹੈ, ਕਿਵੇਂ ਕਿਵੇਂ ਸੱਚ ਦਾ ਉਪਦੇਸ਼ ਦਿੱਤਾ ਹੈ, ਕਿਵੇਂ ਕਿਵੇਂ ਲੋਕਾਂ ਦਾ ਭਲਾ ਕੀਤਾ ਹੈ, ਤੈਨੂੰ ਤੇ ਸਾਰਾ ਪਤਾ ਹੈ। ਭਾਈ ਬਾਲਾ, ਜੋ ਜੋ ਕੌਤਕ ਹੋਏ ਹਨ ਸਾਨੂੰ ਦੱਸਣੇ ਕਰ। ਤੇ ਭਾਈ ਬਾਲਾ ਜੀ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜੋ ਜੋ ਦੇਖਿਆ ਹੁੰਦਾ ਸੀ ਉਹ ਸਾਖੀਆਂ ਸੁਣਾਉਂਦੇ ਸਨ। ਪੈੜਾ ਮੁਖਾ ਸੁਲਤਾਨਪੁਰ ਵਾਲੇ ਲਿਖਦੇ ਸਨ, ਜਿਨ੍ਹਾਂ ਨੇ ਜਨਮ ਪੱਤਰੀ ਦਾ ਉਲੱਥਾ ਕੀਤਾ ਸੀ ਗੁਰਮੁਖੀ ਦੇ ਵਿੱਚ। ਉਸ ਇਕੱਤਰ ਕੀਤੀਆਂ ਹੋਈਆਂ ਸਾਖੀਆਂ ਦਾ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਬਾਲਾ ਜੀ ਦੇ ਮੁਖ ਤੋਂ ਸੁਣੀਆਂ, ਤੇ ਪੈੜਾ ਮੋਖਾ ਸੁਲਤਾਨਪੁਰ ਵਾਲੇ ਜਿਹੜੇ ਸਨ ਉਹਨਾਂ ਨੇ ਉਸੇ ਤਰ੍ਹਾਂ ਲਿਖ ਦਿੱਤੀਆਂ। ਉਸ ਦਾ ਨਾਮ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ। ਜਨਮ ਸਾਖੀ ਦਾ ਅੰਗ ਹੈ 336 336। ਭਾਈ ਬਾਲਾ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਪੁੱਛ ਰਹੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅੰਗਦ ਦੇਵ ਜੀ ਸੁਣ ਰਹੇ ਹਨ, ਭਾਈ ਬਾਲਾ ਜੀ ਦੱਸ ਰਹੇ ਹਨ, ਪੈੜਾ ਮੋਖਾ ਲਿਖ ਰਿਹਾ ਹੈ, ਔਰ ਜੋ ਲਿਖਿਆ ਹੋਇਆ ਹੈ ਦਾਸ ਜਨਮ ਸਾਖੀ ਦੇ ਵਿੱਚੋਂ ਆਪ ਜੀ ਨੂੰ 336 ਅੰਗ ਤੋਂ ਪੜ੍ਹ ਕੇ ਸੁਣਾ ਰਿਹਾ ਹੈ। ਤ੍ਰਿਆ ਰਾਜ ਦੀ ਇਹ ਸਾਖੀ ਹੈ। ਤੇ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ, ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਦੂਸਰੇ ਸਤਿਗੁਰਾਂ ਨੂੰ, ਕਿ ਸਤਿਗੁਰੂ ਜੀ, ਬਾਬਾ ਜੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਜੀ ਜਾਂਦੇ ਜਾਂਦੇ ਕਾਰੂ ਦੇਸ਼ ਨੂੰ ਜਾਏ ਪ੍ਰਾਪਤ ਹੋਏ, ਕਾਰੂ ਦੇ ਦੇਸ਼ ਵਿੱਚ ਚਲੇ ਗਏ। ਮਰਦਾਨੇ ਦਾ ਹਮੇਸ਼ਾ ਜਨਮ ਸਾਖੀ ਦੇ ਵਿੱਚ ਕਈ ਵਾਰੀ ਜ਼ਿਕਰ ਆਉਂਦਾ ਹੈ। ਮਰਦਾਨਾ ਭੁੱਖ ਬੜੀ ਮੰਨਦਾ ਸੀ,
ਮਰਦਾਨੇ ਨੇ ਆਖਿਆ, ਸਤਿਗੁਰੂ ਜੀ ਤੁਸੀਂ ਤਾਂ ਪਾਉਣ ਆਹਾਰੀ ਹੋ, ਪਾਉਣ ਨਾਲ ਹਵਾ ਨਾਲ ਹੀ ਤੁਹਾਡੀ ਭੁੱਖ ਮਿਟ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਨੂੰ ਡਾਢੀ ਭੁੱਖ ਲੱਗੀ ਹੈ। ਪਿਆਰਿਓ, ਜਨਮ ਸਾਖੀ ਦੀ ਬੋਲੀ ਥੋੜੀ ਮਹਿੰਗੀ ਹੈ, ਇਸ ਕਰਕੇ ਦਾਸ ਕਥਾ ਕਰ ਰਿਹਾ ਹੈ ਅੱਜ ਕੱਲ੍ਹ ਦੀ ਬੋਲੀ ਦੇ ਵਿੱਚ, ਤਾਂ ਕਿ ਸਾਰਿਆਂ ਨੂੰ ਸਮਝ ਲੱਗ ਸਕੇ। ਜੇ ਦਾਸਰਾ ਉਸੇ ਤਰ੍ਹਾਂ ਉਸੇ ਬੋਲੀ ਵਿੱਚ ਬੋਲਦਾ ਜਾਵੇ ਤਾਂ ਕਈ ਵਾਰੀ ਅੱਖਰ ਭਾਰੇ ਹਨ, ਛੇਤੀ ਸਮਝ ਨਹੀਂ ਪੈਂਦੇ, ਪੈ ਵੀ ਜਾਂਦੇ ਹਨ, ਪਰ ਫਿਰ ਵੀ ਦਾਸਰਾ ਕਥਾ ਕਰ ਰਿਹਾ ਹੈ ਜਨਮ ਸਾਖੀ ਵਿੱਚੋਂ ਪੜ੍ਹ ਕੇ। ਮਰਦਾਨੇ ਨੇ ਬੜੀ ਜਿੱਦ ਕੀਤੀ, ਸਤਿਗੁਰੂ ਜੀ ਕਿੰਨਾ ਸੋਹਣਾ ਸ਼ਹਿਰ ਹੈ, ਮੈਨੂੰ ਆਗਿਆ ਦੇਵੋ ਤੇ ਮੈਂ ਜਾ ਕੇ ਕਿਤੋਂ ਭੋਜਨ ਲੈ ਕੇ, ਪ੍ਰਸ਼ਾਦਾ ਲੈ ਕੇ ਮੈਂ ਖਾ ਆਵਾਂ। ਤੁਸੀਂ ਮੈਨੂੰ ਉਜਾੜਾਂ ਵਿੱਚ ਲਈ ਫਿਰਦੇ ਹੋ, ਆਪ ਪਾਉਣ ਆਹਾਰੀ ਹੋ, ਹਵਾ ਭਖ ਲੈਂਦੇ ਹੋ, ਪਰਮੇਸ਼ਰ ਜੀ ਦਾ, ਵਾਹਿਗੁਰੂ ਜੀ ਦਾ ਨਾਮ ਜਪ ਕੇ ਤੁਹਾਡੀ ਭੁੱਖ ਮਿਟ ਜਾਂਦੀ ਹੈ। ਮੇਰੇ ਤੇ ਕਿਰਪਾ ਕਰੋ, ਮੇਰੇ ਵਿੱਚ ਉਹ ਹਿੰਮਤ ਨਹੀਂ। ਦਾਸ ਜਨਮ ਸਾਖੀ ਵਿੱਚੋਂ ਕਥਾ ਕਰ ਰਿਹਾ ਹੈ ਤਾਂ ਕਿ ਸਾਰੀਆਂ ਸੰਗਤਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਸਾਖੀ ਦੀ ਸਮਝ ਪੈ ਜਾਵੇ ਅਤੇ ਅਸੀਂ ਜਪਣ ਲੱਗ ਪਈਏ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਮਰਦਾਨਾ ਆਗਿਆ ਮੰਨ ਕੇ ਇੱਕ ਬਸਤੀ ਵਿੱਚ ਜਾ ਵੜਿਆ, ਚਲਾ ਗਿਆ ਇੱਕ ਬਸਤੀ ਦੇ ਵਿੱਚ। ਅੱਗੇ ਕੁਝ ਔਰਤਾਂ ਖਲੋਤੀਆਂ ਸਨ। ਇਹ ਤ੍ਰਿਆ ਰਾਜ ਦੀ ਸਾਖੀ ਹੈ। ਬਾਲਾ ਜੀ ਦੱਸ ਰਹੇ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਰਵਣ ਕਰ ਰਹੇ ਹਨ ਤੇ ਬਾਲਾ ਸੰਧੂ ਜੀ ਜੋ ਮੂੰਹ ਦੱਸ ਰਹੇ ਹਨ, ਪੈੜਾ ਮੋਖਾ ਸੁਲਤਾਨਪੁਰ ਵਾਲੇ ਲਿਖ ਰਹੇ ਹਨ, ਉਸੇ ਦਾ ਨਾਮ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ। ਹੋਰ ਵੀ ਬਹੁਤ ਸਾਰੀਆਂ ਜਨਮ ਸਾਖੀਆਂ ਹਨ, ਪਰ ਦਾਸ ਕੋਲ ਇਸ ਵੇਲੇ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਹੈ। ਅੱਗੇ ਔਰਤਾਂ ਤ੍ਰਿਆ ਜਿਹੜੀਆਂ ਸਨ ਆਪਸ ਵਿੱਚ ਹੱਸ ਖੇਡ ਰਹੀਆਂ ਸਨ। ਜਦੋਂ ਮਰਦਾਨੇ ਨੂੰ ਤੱਕਿਆ ਤੇ ਆਵਾਜ਼ ਮਾਰੀ, ਧਿਆਨ ਆਪਣਾ ਰੱਖਣਾ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ, ਕਿ ਧਾਗਿਆਂ ਤਵੀਤਾਂ ਨਾਲ ਕਿਵੇਂ ਕਈ ਲੋਕ ਜੰਤਰ ਮੰਤਰ ਕਰਕੇ ਆਪਣੇ ਵਸ ਵਿੱਚ ਕਰ ਲੈਂਦੇ ਹਨ, ਕਾਬੂ ਕਰ ਲੈਂਦੇ ਹਨ। ਤਾਈਓ ਸਤਿਗੁਰਾਂ ਨੇ ਧਾਗਿਆਂ ਤੋਂ, ਤਵੀਤਾਂ ਤੋਂ ਗੁਰਸਿੱਖਾਂ ਨੂੰ ਦੂਰ ਰੱਖਿਆ ਹੈ। ਧਾਗਾ ਪਾਉਣਾ ਹੈ ਤੇ ਨਾਮ ਦਾ ਪਾਓ, ਸੱਚੇ ਵਾਹਿਗੁਰੂ ਜੀ ਦੇ ਨਾਮ ਦਾ ਪਾਓ। ਆਖਿਆ ਕਰੋ ਸਤਿਨਾਮ ਸ੍ਰੀ ਵਾਹਿਗੁਰੂ, ਸਮਝੋ ਧਾਗਾ ਪੈ ਗਿਆ, ਰੱਖਿਆ ਹੋ ਗਈ। ਕੀਰਤਨ ਸੋਹਿਲੇ ਦਾ ਪਾਠ ਕਰ ਲਓ ਤਾਂ ਵੀ ਰੱਖਿਆ ਹੋ ਗਈ, ਪ੍ਰੋਟੈਕਸ਼ਨ ਹੋ ਜਾਂਦੀ ਹੈ। ਗੁਰੂ ਆਪ ਹੀ ਰੱਖਿਆ ਕਰਦੇ ਹਨ। ਤੱਤੀ ਵਾਹ ਵੀ ਨਹੀਂ ਲੱਗਦੀ, ਜਿਵੇਂ ਹੁਕਮ ਹਨ ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਮਨ ਨੂੰ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜੋੜਨ ਦੀ ਦੇਰ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕਿਹਾ ਮੰਨ ਕੇ ਆ ਤੇ ਗਿਆ ਕਿ ਜਾ ਭਾਈ, ਜੇ ਤੈਨੂੰ ਬਹੁਤੀ ਭੁੱਖ ਲੱਗੀ ਹੈ ਤੇ ਜਾ ਕੇ ਜੇ ਤੈਨੂੰ ਕੁਝ ਮਿਲਦਾ ਹੈ ਤਾਂ ਖਾ ਲੈ। ਉਹਨਾਂ ਔਰਤਾਂ ਦੇ ਵਿੱਚੋਂ ਇੱਕ ਔਰਤ ਨੇ ਆਵਾਜ਼ ਮਾਰੀ ਤੇ ਮਰਦਾਨੇ ਨੇ ਆਖਿਆ, ਪੇਜ ਹੈ 336, ਜਨਮ ਸਾਖੀ ਭਾਈ ਬਾਲਾ ਜੀ ਵਾਲੀ, ਪ੍ਰਿੰਟਿੰਗ ਜਵਾਰ ਸਿੰਘ ਕਿਰਪਾਲ ਸਿੰਘ ਉਹਨਾਂ ਦੀ ਫਰਮ ਦੀ ਹੈ। ਤੇ ਮਰਦਾਨਾ ਸਮਝਣ ਲੱਗਾ ਕਿ ਮੈਨੂੰ ਕੁਝ ਰੋਟੀ ਵਗੈਰਾ ਆਵਾਜ਼ ਮਾਰ ਰਹੀ ਹੈ, ਰੋਟੀ ਦੇਣ ਲੱਗੀ ਹੈ। ਤੇ ਉਹ ਤ੍ਰਿਆ ਰਾਜ ਸੀ, ਜੰਤਰਾਂ ਮੰਤਰਾਂ ਵਾਲਾ ਰਾਜ ਸੀ। ਉੱਥੋਂ ਦੀਆਂ ਔਰਤਾਂ ਜੰਤਰ ਮੰਤਰ ਬਹੁਤ ਕਰਦੀਆਂ ਸਨ। ਤਾਈਓ ਧੰਨ ਗੁਰੂ ਨਾਨਕ ਸਾਹਿਬ ਜੀ ਨੇ
ਵਾਹਿਗੁਰੂ ਜੀ ਨਾਲ ਜੋੜਿਆ ਹੈ, ਸਤਨਾਮ ਜੀ ਨਾਲ ਜੋੜਿਆ ਹੈ। ਜੰਤਰਾਂ ਮੰਤਰਾਂ ਨਾਲੋਂ, ਧਾਗਿਆਂ ਨਾਲੋਂ ਆਪਣੇ ਗੁਰਸਿੱਖਾਂ ਨੂੰ ਦੂਰ ਕੀਤਾ ਹੈ। ਨਾਮ ਜਪਣ ਦੀ ਪ੍ਰੇਰਨਾ ਕੀਤੀ ਹੈ। ਮਰਦਾਨਾ ਸੋਚਣ ਲੱਗਾ, ਮੈਨੂੰ ਕੁਝ ਭੋਜਨ ਦੇਣ ਲੱਗੀ ਹੈ। ਉਸ ਔਰਤ ਨੇ ਜਦੋਂ ਸਤਿਗੁਰੂ ਜੀ ਤਿਰਿਆ ਰਾਜ ਗਏ ਹਨ, ਭਾਈ ਬਾਲਾ ਜੀ ਦੱਸ ਰਹੇ ਹਨ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਰਵਣ ਕਰ ਰਹੇ ਹਨ ਤੇ ਪੈੜਾ ਮੋਖਾ ਸੁਲਤਾਨਪੁਰ ਦੇ ਲਿਖ ਰਹੇ ਹਨ। ਉਹ ਜੋ ਲਿਖਿਆ ਹੋਇਆ ਹੈ ਉਹਦੀ ਦਾਸ ਕਥਾ ਕਰ ਰਿਹਾ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚੋਂ। ਉਸ ਔਰਤ ਨੇ ਭੋਜਨ ਪ੍ਰਸ਼ਾਦਾ ਤਾਂ ਕੀ ਦੇਣਾ ਸੀ, ਉਹਨੇ ਆਵਾਜ਼ ਮਾਰ ਕੇ, ਚਪਟ ਮਾਰ ਕੇ ਤੇ ਮਰਦਾਨੇ ਦੇ ਗਲ ਵਿੱਚ ਧਾਗਾ ਪਾ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਦੋਂ ਮਰਦਾਨੇ ਦੇ ਗਲ ਧਾਗਾ ਪਾਇਆ ਤੇ ਮਰਦਾਨੇ ਦਾ ਰੂਪ ਬਦਲ ਗਿਆ। ਮਰਦਾਨੇ ਦਾ ਜਿਹੜਾ ਮਾਨਸ ਸਰੀਰ ਸੀ ਉਹ ਛਤਰਾ ਬਣ ਗਿਆ, ਭੇਡੂ ਬਣ ਗਿਆ। ਉਸ ਔਰਤ ਨੇ ਭਾਈ ਮਰਦਾਨਾ ਜੀ ਨੂੰ, ਕਿਉਂਕਿ ਦੁਨੀਆ ਤੇ ਸਤਿਗੁਰੂ ਜੀ ਕੋਈ ਨਾ ਕੋਈ ਐਸਾ ਚੋਜ ਕਰ ਦਿੰਦੇ ਸਨ ਜਿਹਦੇ ਨਾਲ ਦੁਨੀਆ ਦੇ ਲੋਕ ਉਸ ਗੱਲ ਨੂੰ ਸਮਝਣ, ਧਾਗਿਆਂ ਤੋਂ, ਤਵੀਤਾਂ ਤੋਂ, ਇਹਨਾਂ ਚੀਜ਼ਾਂ ਤੋਂ ਦੂਰ ਹੋਣ ਅਤੇ ਪਰਮੇਸ਼ਰ ਜੀ ਨੂੰ ਜਪਣ, ਵਾਹਿਗੁਰੂ ਜੀ ਨੂੰ ਜਪਣ, ਅਕਾਲ ਪੁਰਖ ਜੀ ਨੂੰ ਜਪਣ, ਸਤਨਾਮ ਜੀ ਨੂੰ ਜਪਣ। ਉਹ ਜੁਗਤੀ ਐਸੀ ਬਣਾਉਂਦੇ ਸਨ ਵੱਡੇ ਬਾਬਾ ਜੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤਾਂ ਕਿ ਦੁਨੀਆ ਵਾਹਿਗੁਰੂ ਜੀ ਨੂੰ ਜਪਣ ਲੱਗ ਪਵੇ, ਸਤਨਾਮ ਜੀ ਨੂੰ ਜਪਣ ਲੱਗ ਪਵੇ, ਆਏ ਗਏ ਦੀ ਸੇਵਾ ਕਰਨ ਲੱਗ ਪਵੇ। ਨਿਰੰਕਾਰ ਦਾ ਭੈ ਉਹਨਾਂ ਦੇ ਮਨ ਵਿੱਚ ਬਣ ਜਾਵੇ, ਵਾਹਿਗੁਰੂ ਜੀ ਦੇ ਭੈ ਵਿੱਚ ਰਹਿਣ, ਧਾਗੇ ਤਵੀਤ ਸਭ ਛੱਡ ਜਾਣ। ਜਦੋਂ ਮਰਦਾਨੇ ਨੂੰ ਭੇਡੂ ਬਣਾ ਲਿਆ, ਛਤਰਾ ਬਣਾ ਲਿਆ ਤੇ ਅੰਦਰ ਬੰਨ੍ਹ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਆਪ ਉਹ 3-4 ਜਾਣੀਆਂ, 3-4 ਉਹ ਜਿਹੜੀਆਂ ਤਿਰਿਆ ਰਾਜ ਦੀਆਂ ਇਸਤਰੀਆਂ ਸਨ, ਜਿਨ੍ਹਾਂ ਨੇ ਮਰਦਾਨੇ ਨੂੰ ਭੇਡੂ ਬਣਾ ਕੇ ਅੰਦਰ ਬੰਨ੍ਹ ਦਿੱਤਾ, ਆਪ ਪਾਣੀ ਲੈਣ ਚਲੀਆਂ ਗਈਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਰਦਾਨਾ ਹੁਣ ਭੇਡੂ ਬਣਿਆ ਹੋਇਆ ਹੈ, ਸੋਚਦਾ ਹੈ ਮੈਂ ਨਾ ਕਾਹਲਾ ਪੈਂਦਾ, ਗੁਰੂ ਸਾਹਿਬ ਜੀ ਦਾ ਹੁਕਮ ਮੰਨ ਲੈਂਦਾ, ਨਾ ਮੈਂ ਜਿੱਦ ਕਰਦਾ, ਨਾ ਮੈਂ ਇਸ ਬਸਤੀ ਵਿੱਚ ਆਉਂਦਾ, ਨਾ ਅੱਜ ਮੇਰਾ ਇਹ ਹਾਲ ਹੁੰਦਾ। ਤੇ ਭਾਈ ਬਾਲਾ ਜੀ ਕਹਿਣ ਲੱਗੇ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਸਤਿਗੁਰੂ ਜੀ, ਕਿਉਂਕਿ ਭਾਈ ਬਾਲਾ ਜੀ ਦੱਸ ਰਹੇ ਹਨ, ਧੰਨ ਗੁਰੂ ਅੰਗਦ ਦੇਵ ਜੀ ਸਰਵਣ ਕਰ ਰਹੇ ਹਨ, ਪੈੜਾ ਮੋਖਾ ਸੁਲਤਾਨਪੁਰ ਵਾਲੇ ਲਿਖ ਰਹੇ ਹਨ ਜੋ ਜੋ ਭਾਈ ਬਾਲਾ ਜੀ ਕਹਿ ਰਹੇ ਹਨ, ਜਿਹਦਾ ਨਾਮ ਹੈ ਜਨਮ ਸਾਖੀ ਭਾਈ ਬਾਲੇ ਵਾਲੀ। ਭਾਈ ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਜੀ, ਗੁਰੂ ਅੰਗਦ ਦੇਵ ਜੀ ਨੂੰ ਆਖਣ ਲੱਗੇ ਕਿ ਮੈਂ ਸਤਿਗੁਰਾਂ ਨੂੰ ਆਖਿਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਸਤਿਗੁਰੂ ਜੀ, ਮਰਦਾਨੇ ਨੂੰ ਕਿੰਨਾ ਚਿਰ ਹੋ ਗਿਆ ਹੈ ਗਏ ਨੂੰ, ਇੱਕ ਪਹਿਰ ਲੰਘ ਗਿਆ ਹੈ, ਇੰਨਾ ਚਿਰ ਤਾਂ ਉਹ ਕਦੀ ਰਿਹਾ ਨਹੀਂ। ਰੋਟੀ ਲੈ ਕੇ, ਪ੍ਰਸ਼ਾਦਾ ਲੈ ਕੇ, ਜੋ ਵੀ ਉਹਨੂੰ ਖਾਣ ਵਾਸਤੇ ਮਿਲਦਾ ਹੈ, ਕਿਸੇ ਨਗਰ ਵਿੱਚੋਂ, ਬਸਤੀ ਵਿੱਚੋਂ ਲੈ ਕੇ ਆ ਜਾਂਦਾ ਹੈ, ਪਰ ਇੰਨਾ ਟਾਈਮ ਹੋ ਗਿਆ ਹੈ ਅਜੇ ਤੱਕ ਵਾਪਸ ਨਹੀਂ ਆਇਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਬਾ ਜੀ ਨੂੰ ਮੈਂ ਆਖਿਆ, ਵੱਡੇ ਸਤਿਗੁਰਾਂ ਨੂੰ, ਸਤਿਗੁਰ ਜੀ ਪਹਿਰ ਹੋ ਗਿਆ ਹੈ, ਪਤਾ ਲਈਏ ਮਰਦਾਨੇ ਦਾ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਭਾਈ ਬਾਲਾ, ਸਾਨੂੰ ਮਰਦਾਨਾ
ਤਾਰ ਸੁਣਾਉਂਦਾ ਸੀ, ਭਾਵ ਕਿ ਜਦੋਂ ਰਬਾਬ ਵਜਾਉਂਦਾ ਸੀ ਅਸੀਂ ਗੁਰਬਾਣੀ ਗਾਇਨ ਕਰਦੇ ਸਾਂ, ਉਸ ਅਕਾਲ ਪੁਰਖ ਦੀ ਉਸਤਤ ਕਰਦੇ ਸਾਂ। ਪਰ ਮਰਦਾਨੇ ਨੂੰ ਇਹ ਸੋਝੀ ਨਹੀਂ ਆਈ, ਇਹ ਤ੍ਰਿਆ ਰਾਜ, ਇਹ ਇਸਤਰੀਆਂ ਦਾ ਰਾਜ, ਇਹ ਜੰਤਰਾਂ ਮੰਤਰਾਂ ਵਾਲੀਆਂ ਔਰਤਾਂ ਦਾ ਰਾਜ, ਇਹ ਨਗਰੀ ਨਿਗੁਰਿਆਂ ਦੀ ਹੈ। ਇੱਥੋਂ ਦੀਆਂ ਸਾਰੀਆਂ ਇਸਤਰੀਆਂ ਨਿਗੁਰੀਆਂ ਹਨ, ਜਿਨ੍ਹਾਂ ਨੂੰ ਪਰਮੇਸ਼ਰ ਦਾ, ਸਤਨਾਮ ਜੀ ਦਾ, ਵਾਹਿਗੁਰੂ ਜੀ ਦਾ ਐ ਭਾਈ ਬਾਲਾ ਭੈ ਨਹੀਂ ਹੈ। ਜੰਤਰਾਂ ਮੰਤਰਾਂ ਵਿੱਚ ਪੈ ਕੇ ਆਪਣਾ ਮਾਨਸ ਜਨਮ ਬਰਬਾਦ ਕਰ ਰਹੀਆਂ ਹਨ, ਧਾਗਿਆਂ ਤਵੀਤਾਂ ਦੇ ਵਿੱਚ ਪੈ ਕੇ। ਭਾਈ ਬਾਲਾ ਵੱਡੇ ਬਾਬਾ ਜੀ ਆਖਣ ਲੱਗੇ ਤੇ ਇਹ ਬਚਨ ਭਾਈ ਬਾਲਾ ਜੀ ਸੁਣਾ ਰਹੇ ਹਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਤਾਈਓ ਇਸ ਜਨਮ ਸਾਖੀ ਦਾ ਨਾਮ ਹੈ ਜਨਮ ਸਾਖੀ ਭਾਈ ਬਾਲੇ ਵਾਲੀ। ਸਤਿਗੁਰੂ ਜੀ ਕਹਿਣ ਲੱਗੇ, ਇੱਥੋਂ ਦੀਆਂ ਇਸਤਰੀਆਂ ਸਾਰੀਆਂ ਇਹ ਨਿਗੁਰੀਆਂ ਹਨ, ਇਹਨਾਂ ਨੂੰ ਪਰਮੇਸ਼ਰ ਦਾ ਭੈ ਨਹੀਂ, ਧਾਗਿਆਂ ਵਿੱਚ, ਤਵੀਤਾਂ ਵਿੱਚ, ਜੰਤਰਾਂ ਵਿੱਚ, ਮੰਤਰਾਂ ਵਿੱਚ ਪਈਆਂ ਹੋਈਆਂ ਹਨ। ਐ ਭਾਈ ਬਾਲਾ, ਮਰਦਾਨੇ ਨੂੰ ਕਿਸੇ ਨੇ ਭੇਡੂ ਬਣਾਇਆ ਹੋਇਆ ਹੈ, ਛਤਰਾ ਬਣਾਇਆ ਹੋਇਆ ਹੈ ਅਤੇ ਆਪਣੇ ਘਰ ਵਿੱਚ ਬੰਨ੍ਹਿਆ ਹੋਇਆ ਹੈ। ਭਾਈ ਬਾਲਾ ਜੀ ਦੱਸ ਰਹੇ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਰਵਣ ਕਰ ਰਹੇ ਹਨ। ਪੈੜਾ ਮੋਖਾ ਸੁਲਤਾਨਪੁਰ ਵਾਲੇ ਲਿਖ ਰਹੇ ਹਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਿਲਾਂ ਦੀਆਂ ਜਾਣਨ ਵਾਲੇ, ਜਾਣੀ ਜਾਣ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ। ਵੱਡੇ ਬਾਬਾ ਜੀ ਉੱਠ ਖੜੇ ਹੋਏ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਜਿੱਥੇ ਵੀ ਹੈਗੇ ਹੋ ਤੁਸੀਂ ਆਪਣੀ ਰਸਨਾ ਨਾਲ ਆਖ ਸਕਦੇ ਹੋ। ਉਹ ਸੁਣਦੇ ਹਨ ਮੇਰੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਾਣੀ ਜਾਣ ਹਨ, ਉਹ ਬੁੱਝ ਲੈਂਦੇ ਹਨ ਕਿ ਇਹਨੇ ਆਖਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਭਾਈ ਬਾਲਾ ਜੀ ਕਹਿੰਦੇ ਹਨ ਕਿ ਵੱਡੇ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਉੱਠ ਖਲੋਤੇ, ਚੱਲ ਭਾਈ ਬਾਲਿਆ ਮਰਦਾਨੇ ਨੂੰ ਲੈ ਆਈਏ। ਮਰਦਾਨੇ ਨੂੰ ਛਤਰਾ ਬੰਨ ਕੇ, ਬਣਾ ਕੇ, ਭੇਡੂ ਬਣਾ ਕੇ, ਤ੍ਰਿਆ ਰਾਜ ਦੀ ਇੱਕ ਔਰਤ ਨੇ, ਇਹਨਾਂ ਸਾਰੀਆਂ ਔਰਤਾਂ ਨੇ, ਕਿਉਂਕਿ ਇਹਨਾਂ ਕੋਲ ਜੰਤਰ ਹਨ, ਮੰਤਰ ਹਨ, ਇਹ ਨਿਗੁਰੀਆਂ ਹਨ ਤੇ ਨਿਗੁਰੀਆਂ ਧਾਗਿਆਂ ਮਗਰ, ਤਵੀਤਾਂ ਮਗਰ ਪਈਆਂ ਹੋਈਆਂ ਹਨ, ਪਰਮੇਸ਼ਰ ਨੂੰ ਭੁੱਲੀਆਂ ਹੋਈਆਂ ਹਨ। ਜੋ ਅਸਲ ਧਾਗਾ ਹੈ ਵਾਹਿਗੁਰੂ ਜੀ ਦੇ ਨਾਮ ਦਾ, ਸਤਨਾਮ ਜੀ ਦੇ ਨਾਮ ਦਾ, ਉਸ ਧਾਗੇ ਨਾਲ, ਜਿਸ ਧਾਗੇ ਨਾਲ ਇਹਨਾਂ ਦੇ ਸਾਹ ਜੁੜੇ ਹੋਏ ਹਨ ਪਰਮੇਸ਼ਰ ਜੀ ਨਾਲ, ਇਹਨਾਂ ਨੂੰ ਉਹ ਧਾਗਾ ਭੁੱਲਿਆ ਹੋਇਆ ਹੈ, ਭਾਵ ਮਰਨਾ ਭੁੱਲਿਆ ਹੋਇਆ ਹੈ, ਨਿਗੁਰੇ ਕੰਮ ਕਰਦੀਆਂ ਹਨ। ਜਿਵੇਂ ਮਰਦਾਨੇ ਨੂੰ ਭੇਡੂ ਬਣਾ ਦਿੱਤਾ ਹੈ, ਛਤਰਾ ਬਣਾ ਦਿੱਤਾ, ਤਾਂ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਮੈਂ ਨਾਲ ਸਾਂ ਅਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਮਰਦਾਨੇ ਨੂੰ ਲੈਣ ਵਾਸਤੇ ਚੱਲ ਪਏ। ਇੱਕ ਬਸਤੀ ਵਿੱਚ ਜਾ ਵੜੇ। ਕਿਹੜੀ ਬਸਤੀ ਵਿੱਚ? ਜਿਸ ਬਸਤੀ ਵਿੱਚ ਉਹਨਾਂ ਔਰਤਾਂ ਨੇ ਜੰਤਰਾਂ ਮੰਤਰਾਂ ਦੇ ਨਾਲ ਗਲ ਵਿੱਚ ਧਾਗਾ ਪਾ ਕੇ ਮਰਦਾਨੇ ਦੇ, ਅੱਜ ਵੀ ਸਤਿਗੁਰੂ ਰੋਕਦੇ ਹਨ ਗੁਰਸਿੱਖਾਂ ਨੂੰ ਕੋਈ ਧਾਗਾ ਵਗੈਰਾ ਗਲ ਵਿੱਚ ਨਹੀਂ ਪਾਉਣਾ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਜੋ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 10ਵੇਂ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤੇ ਹਨ, ਬਸ ਉਹ ਕੁਝ ਪਾਉਣਾ ਹੈ, ਹੋਰ ਕੋਈ ਧਾਗਾ ਨਾ ਬੰਨਣਾ ਹੈ, ਨਾ ਗਲ ਵਿੱਚ ਪਾਉਣਾ ਹੈ। ਇਹ ਸਾਖੀ
336 ਤਿਰਿਆ ਰਾਜ ਦੀ ਸਾਖੀ ਹੈ। ਭਾਈ ਬਾਲਾ ਜੀ ਦੱਸ ਰਹੇ ਹਨ ਜਿਵੇਂ ਜਿਵੇਂ ਗਏ ਹਨ ਅਤੇ ਗੁਰੂ ਅੰਗਦ ਦੇਵ ਜੀ ਸਰਵਣ ਕਰ ਰਹੇ ਹਨ। ਪੈੜਾ ਮੋਖਾ ਸੁਲਤਾਨਪੁਰ ਵਾਲੇ ਲਿਖ ਰਹੇ ਹਨ। ਉਹ ਲਿਖੇ ਹੋਏ ਦੀ ਦਾਸ ਗੁਰਮੁਖੀ ਵਿੱਚ ਕਥਾ ਕਰ ਰਿਹਾ ਹੈ। ਪੜ੍ਹ ਪੜ੍ਹ ਕੇ ਜਨਮ ਸਾਖੀ ਦੀ ਬੋਲੀ ਭਾਰੀ ਹੈ, ਇਸ ਕਰਕੇ ਟਰਾਂਸਲੇਟ ਕਰਦਾ ਜਾ ਰਿਹਾ ਹੈ ਤਾਂ ਕਿ ਸਾਰੀਆਂ ਸੰਗਤਾਂ ਨੂੰ ਸਮਝ ਪੈ ਸਕੇ। ਜਿਹੜੀਆਂ ਜਿਹੜੀਆਂ ਸੰਗਤਾਂ ਸੁਣਨਗੀਆਂ ਧਾਗਿਆਂ ਤੋਂ, ਤਵੀਤਾਂ ਤੋਂ, ਇਹਨਾਂ ਜੰਤਰਾਂ ਮੰਤਰਾਂ ਤੋਂ ਛੁਟਕਾਰਾ ਪਾ ਲੈਣਗੀਆਂ ਅਤੇ ਆਖਣਗੀਆਂ ਸਤਨਾਮ ਸ੍ਰੀ ਵਾਹਿਗੁਰੂ। ਉਹੀ ਉਹਨਾਂ ਦਾ ਧਾਗਾ ਹੋਵੇਗਾ, ਉਹੀ ਉਹਨਾਂ ਦੀ ਰੱਖਿਆ ਕਰੇਗਾ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਬਸਤੀ ਵਿੱਚ ਆਏ। ਭਾਈ ਬਾਲਾ ਜੀ ਕਹਿੰਦੇ ਹਨ ਮੈਂ ਵੀ ਨਾਲ ਸਾਂ। ਅੱਖੋਂ ਕਿੰਨੀਆਂ ਸਾਰੀਆਂ ਔਰਤਾਂ ਆ ਗਈਆਂ ਜੰਤਰਾਂ ਮੰਤਰਾਂ ਵਾਲੀਆਂ। ਸਤਿਗੁਰਾਂ ਨੂੰ ਦੇਖ ਕੇ, ਮੈਨੂੰ ਤੱਕ ਕੇ ਸਤਿਗੁਰਾਂ ਨੇ, ਵੱਡੇ ਬਾਬਾ ਜੀ ਨੇ ਆਖਿਆ ਕਿ ਸਾਡਾ ਆਦਮੀ ਜਿਹਦਾ ਨਾਮ ਭਾਈ ਮਰਦਾਨਾ ਹੈ ਇੱਥੇ ਤੁਹਾਡੀ ਬਸਤੀ ਵਿੱਚ ਆਇਆ ਹੈ। ਤਾਂ ਭਾਈ ਬਾਲਾ ਜੀ ਕਹਿਣ ਲੱਗੇ ਉਹਨਾਂ ਤ੍ਰਿਮਤਾਂ ਵਿੱਚੋਂ, ਉਹਨਾਂ ਇਸਤਰੀਆਂ ਵਿੱਚੋਂ ਇੱਕ ਇਸਤਰੀ ਭੱਜ ਕੇ ਮੈਨੂੰ ਧਾਗਾ ਬੰਨਣ ਲੱਗੀ ਮੇਰੇ ਗਲ ਵਿੱਚ। ਉਸ ਵੇਲੇ ਉਹਦਾ ਰੂਪ ਬਦਲ ਗਿਆ, ਉਹ ਕੁੱਕਰ ਬਣ ਗਈ। 337 ਪੇਜ ਤੇ ਦਾਸ ਆ ਗਿਆ ਹੈ। ਉਹਦਾ ਰੂਪ ਬਦਲ ਗਿਆ, ਉਹਦੀ ਦੇਹ ਬਦਲ ਗਈ। ਜਿਹੜੀ ਭੱਜ ਕੇ ਮੈਨੂੰ ਧਾਗਾ ਪਾਉਣ ਲੱਗੀ ਉਹ ਕੁੱਤੀ ਹੋਏ ਗਈ। ਧੰਨ ਗੁਰੂ ਨਾਨਕ ਸਾਹਿਬ ਜੀ ਵੱਲ ਵੀ ਉਹਨਾਂ ਵਿੱਚੋਂ ਇੱਕ ਦੌੜੀ, ਉਹਦੀ ਦੇਹ ਵੀ ਬਦਲ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਕੁਝ ਬਚਨ ਕੀਤੇ ਪਵਿੱਤਰ ਪਾਵਨ ਗੁਰਬਾਣੀ ਦੇ। ਇੱਥੇ ਸ਼ਬਦ ਵੀ ਪੜ੍ਹੇ ਹਨ ਸਤਿਗੁਰਾਂ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਲਿਆ। ਉਹ ਪਾਣੀ ਲੈਣ ਜਿਹੜੀਆਂ ਗਈਆਂ ਹੋਈਆਂ ਸਨ ਤ੍ਰਿਮਤਾਂ, ਜਦੋਂ ਆਈਆਂ, ਕੋਈ ਬਾਲੇ ਨੂੰ ਧਾਗਾ ਬੰਨਣ ਲੱਗੀ, ਕੋਈ ਸਤਿਗੁਰਾਂ ਵੱਲ ਦੌੜੀ। ਜਿਹਨੇ ਘੜਾ ਚੁੱਕਿਆ ਹੋਇਆ ਸੀ ਉਹ ਘੜਾ ਲਾਉਂਦੀ ਹੈ ਪਰ ਘੜਾ ਨਹੀਂ ਉਤਰਦਾ, ਨਾਲ ਹੀ ਜੁੜ ਗਿਆ ਸਿਰ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਗੁਰੂ ਜੀ ਵੱਲ ਵਧੀ, ਘੜਾ ਜੁੜ ਗਿਆ ਸਿਰ ਤੇ। ਭਰਿਆ ਹੋਇਆ ਪਾਣੀ ਦਾ ਬੜਾ ਯਤਨ ਕਰਦੀ ਹੈ, ਬੜੀ ਕੋਸ਼ਿਸ਼ ਕਰਦੀ ਹੈ, ਪਰ ਘੜਾ ਨਹੀਂ ਸਿਰ ਤੋਂ ਉਤਰਦਾ। ਤੇ ਮੈਨੂੰ ਸਤਿਗੁਰੂ ਜੀ ਕਹਿਣ ਲੱਗੇ ਭਾਈ ਬਾਲਾ ਇਹਦਾ ਘੜਾ ਨਹੀਂ ਉਤਰਨਾ, ਤੂੰ ਅੰਦਰ ਜਾ ਜਾ ਕੇ ਮਰਦਾਨੇ ਦੇ ਗਲ ਵਿੱਚੋਂ ਧਾਗਾ ਤੋੜ ਦੇ। ਧੰਨ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਸੁਣਾ ਰਹੇ ਹਨ। ਮੈਂ ਸਤਿਗੁਰਾਂ ਦਾ ਹੁਕਮ ਮੰਨ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਸ ਕਮਰੇ ਵਿੱਚ ਗਿਆ ਜਿੱਥੇ ਮਰਦਾਨਾ ਭੇਡੂ ਬਣਿਆ ਪਿਆ ਸੀ। ਜਾ ਕੇ ਉਹਦੇ ਗਲ ਵਿੱਚੋਂ ਮੈਂ ਧਾਗਾ ਤੋੜ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅੰਗਦ ਦੇਵ ਜੀ ਨੂੰ ਦੱਸ ਰਹੇ ਹਨ ਭਾਈ ਬਾਲਾ ਜੀ, ਮੈਂ ਜਾ ਕੇ ਵੱਡੇ ਬਾਬਾ ਜੀ ਦਾ ਹੁਕਮ ਮੰਨ ਕੇ ਧਾਗਾ ਤੋੜ ਦਿੱਤਾ ਤੇ ਮਰਦਾਨਾ ਆਪਣੀ ਮਾਨਸ ਦੇਹ ਵਿੱਚ ਆ ਗਿਆ। ਛਤਰੇ ਤੋਂ, ਭੇਡੂ ਤੋਂ ਆਦਮੀ ਬਣ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜਾ ਪਛਤਾਇਆ ਸਤਿਗੁਰੂ ਜੀ, ਮੈਥੋਂ ਗਲਤੀ ਹੋ ਗਈ। ਮੇਰੀ ਭੁੱਖ ਨੇ ਮੈਨੂੰ ਸਤਾਇਆ ਤਾਂ ਮੈਂ ਜਿੱਦ ਕੀਤੀ। ਇੰਨੇ ਸਮੇਂ ਨੂੰ ਉਹਨਾਂ ਤ੍ਰੀਮਤਾਂ ਦੇ, ਉਹਨਾਂ ਔਰਤਾਂ ਦੇ ਖਸਮ ਜਿਹੜੇ ਸਨ, ਮਾਲਕ ਜਿਹੜੇ ਸਨ, ਹਸਬੈਂਡ ਜਿਹੜੇ ਸਨ, ਉਹ ਘਰੀ ਆਏ ਤੇ ਕੀ ਦੇਖਦੇ ਹਨ,
ਉਹਨਾਂ ਦੀਆਂ ਘਰ ਵਾਲੀਆਂ ਛਤਰੀਆਂ ਭੇਡਾਂ ਬਣੀਆਂ ਹੋਈਆਂ ਹਨ, ਕੁੱਕਰ ਕੁੱਤੀਆਂ ਬਣੀਆਂ ਹੋਈਆਂ ਹਨ। 3-3-7 ਅੰਗ ਤੋਂ ਪੜ੍ਹ ਲੈਣਾ। ਜਨਮ ਸਾਖੀ ਭਾਈ ਬਾਲਾ ਜੀ ਵਾਲੀ, ਤ੍ਰਿਆ ਰਾਜ ਦੀ ਸਾਖੀ। ਇੱਕ ਦੇ ਸਿਰ ਤੇ ਘੜਾ ਜੁੜਿਆ ਹੋਇਆ ਹੈ, ਬੜਾ ਲਾਉਂਦੀ ਹੈ, ਨਹੀਂ ਲੈਂਦਾ। ਤ੍ਰਿਆ ਰਾਜ ਦੇ ਵਿੱਚੋਂ ਸਾਰਿਆਂ ਤੋਂ ਵੱਡੀ ਸੀ ਨੂਰ ਸ਼ਾਹ ਔਰਤ। ਉਹਨਾਂ ਸਾਰਿਆਂ ਦੀ ਸਰਦਾਰ ਸੀ, ਜਿਹਦੇ ਕੋਲੋਂ ਸਾਰੀਆਂ ਜੰਤਰ ਮੰਤਰ ਤੰਤਰ ਧਾਗੇ ਤਵੀਤ ਸਿੱਖਦੀਆਂ ਸਨ। ਉਹਦੇ ਕੋਲੋਂ ਸਿੱਖ ਕੇ ਹੀ ਇਹ ਕਰਤੂਤਾਂ ਕਰਦੀਆਂ ਸਨ। ਜਾਦੂਗਰਨੀਆਂ ਬਣ ਜਾਂਦੀਆਂ ਸਨ। ਸਾਰੀਆਂ ਜਾਦੂਗਰਨੀਆਂ ਦੀ ਸਰਦਾਰ ਸੀ ਨੂਰ ਸ਼ਾਹ ਨਾਮੇ ਔਰਤ। ਉਹਦੇ ਤੱਕ ਖਬਰ ਗਈ ਕਿ ਕੋਈ 3 ਸਾਧੂ ਆਏ ਹਨ। ਇਸ ਤਰ੍ਹਾਂ ਗਲ ਵਿੱਚ ਧਾਗਾ ਪਾ ਕੇ ਉਹਨਾਂ ਦੇ ਇੱਕ ਸਾਥੀ ਨੂੰ ਭੇਡੂ ਬਣਾ ਕੇ ਅੰਦਰ ਬੰਨਿਆ ਹੈ। ਸਾਡੇ ਤਾਂ ਰੂਪ ਹੀ ਬਦਲੇ ਪਏ ਹਨ। ਕੋਈ ਕੁੱਤੀ ਬਣੀ ਬੈਠੀ ਹੈ, ਕੋਈ ਛਤਰੀ ਬਣੀ ਪਈ ਹੈ, ਭੇਡੂ ਬਣੀ ਪਈ ਹੈ, ਭੇਡ ਬਣੀ ਪਈ ਹੈ। ਮਾਨਸ ਦੇ ਪਤਾ ਨਹੀਂ ਕਿੱਥੇ ਚਲੇ ਗਈ ਹੈ, ਸਰੀਰ ਕਿੱਥੇ ਚਲੇ ਗਏ ਹਨ। ਤੂੰ ਚੱਲ, ਤੂੰ ਸਾਰਿਆਂ ਤੋਂ ਵੱਡੀ ਹੈ, ਤੇਰੇ ਕੋਲੋਂ ਅਸੀਂ ਜੰਤਰ ਮੰਤਰ ਸਿੱਖੇ ਹੋਏ ਹਨ। ਤੂੰ ਚੱਲ ਕੇ ਉਹਨਾਂ ਦਾ ਮੁਕਾਬਲਾ ਕਰ। ਉਹਦੇ ਸਿਰ ਤੋਂ ਕੜਾ ਲੱਥ ਜਾਵੇ। ਹੋਰ ਜਿਹੜੀਆਂ ਛਤਰੀਆਂ ਬਣੀਆਂ ਹੋਈਆਂ ਹਨ, ਕੁੱਕਰ ਬਣੀਆਂ ਹੋਈਆਂ ਹਨ, ਦੇਹ ਜਿਨ੍ਹਾਂ ਦੀ ਪਲਟੀ ਪਈ ਹੈ, ਉਹ ਆਪਣੀ ਦੇਹ ਦੇ ਵਿੱਚ ਵਾਪਸ ਆ ਜਾਣ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਈ ਢੋਲ ਵਜਾਉਂਦੀ ਨੂਰ ਸ਼ਾਹ। ਧੰਨ ਗੁਰੂ ਨਾਨਕ ਦੇਵ ਜੀ ਦੇ ਕੋਲ ਜਦੋਂ ਸਾਹਮਣੇ ਆਈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਧਾਗਾ ਤੋੜ ਦਿੱਤਾ ਸੀ। ਭਾਈ ਬਾਲਾ ਜੀ ਕਹਿੰਦੇ ਹਨ, ਮਰਦਾਨਾ ਆਪਣੀ ਅਸਲੀ ਦੇਹ ਵਿੱਚ, ਅਸਲੀ ਸਰੂਪ ਵਿੱਚ ਆ ਗਿਆ ਸੀ। ਲਗਾ ਰਬਾਬ ਵਜਾਉਣ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ। ਭਾਈ ਬਾਲਾ ਜੀ ਦੱਸ ਰਹੇ ਹਨ, ਧੰਨ ਗੁਰੂ ਅੰਗਦ ਦੇਵ ਜੀ ਸਰਵਣ ਕਰ ਰਹੇ ਹਨ। ਪੈੜਾ ਮੋਖਾ ਸੁਲਤਾਨਪੁਰ ਵਾਲੇ ਲਿਖ ਰਹੇ ਹਨ, ਜਿਸ ਦਾ ਨਾਮ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ। ਜਦੋਂ ਨੂਰ ਸ਼ਾਹ ਆਈ, ਆਪਣੇ ਜੰਤਰ ਮੰਤਰ ਜਿੰਨੇ ਉਹਦੇ ਕੋਲ ਧਾਗਿਆਂ ਤਵੀਤਾਂ ਦੇ ਜ਼ੋਰ ਸਨ, ਸਾਰੇ ਜ਼ੋਰ ਲਾਉਣ ਵਾਸਤੇ ਚੜ ਕੇ ਆ ਗਈ। ਤਾਂ ਸਤਿਗੁਰਾਂ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਛੇੜ। ਤਾਂ ਸਤਿਗੁਰਾਂ ਨੇ ਗੁਰਬਾਣੀ ਗਾਇਨ ਕੀਤੀ। ਵੱਡ ਹੰਸ ਮਹੱਲਾ ਪਹਿਲਾ। ਗੁਣਵੰਤੀ ਸਹੁਰਾਵਿਆ, ਨਿਰਗੁਣ ਕੂਕੇ ਕਾਏ। ਜੇ ਗੁਣਵੰਤੀ ਥੀ ਰਹਿ, ਤਾਂ ਪੀ ਸਹੁਰਾਵਣ ਜਾਏ। ਮੇਰਾ ਕੰਤ ਰਿਸਾਲੂ ਕੀ ਧਨ ਅਵਰਾ ਰਾਵੇ ਜੀ। ਰਹਾਓ ਕਰਨੀ ਕਾਮਣ ਜੇ ਥੀਐ। ਨੂਰ ਸ਼ਾਹ ਸੁਣ ਰਹੀ ਹੈ, ਸਤਿਗੁਰੂ ਜੀ ਕੀਰਤਨ ਕਰ ਰਹੇ ਹਨ, ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਹਨ। ਕਰਨੀ ਕਾਮਣ ਜੇ ਥੀਐ, ਜੇ ਮਨ ਧਾਗਾ ਹੋਏ। ਮਾਣਕ ਮੁੱਲ ਨ ਪਾਈਐ, ਲੀਜੈ ਚਿਤ ਪਰੋਏ।
ਰਾਹ ਦਸਾਈ ਨਾ ਜੁਲਾਂ ਅੱਖਾਂ ਅੰਮੜੀਆਸ ਤੈਸੈ ਤੈਸਹਿ ਨਾਲ ਅਕੂਣਾ ਕਿਉਂ ਥੀਵੈ ਘਰ ਵਾਸ ਨਾਨਕ ਏਕੀ ਬਾਹਰਾ ਦੂਜਾ ਨਾਹੀਂ ਕੋਏ ਤੈਸਹਿ ਲੱਗੀ ਜੇ ਰਹਿ ਭੀ ਸਹੁਰਾਵੈ ਸੋਏ। ਇਸ ਪ੍ਰਕਾਰ ਸਤਿਗੁਰਾਂ ਨੇ ਪਵਿੱਤਰ ਪਾਵਨ ਗੁਰਬਾਣੀ ਦਾ ਸ਼ਬਦ ਪੜ੍ਹਿਆ। ਆਪਣੇ ਮਨ ਦਾ ਧਾਗਾ ਬੰਨੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ, ਸਤਨਾਮ ਜੀ ਦੇ ਨਾਲ। ਹੁਣ ਨਾਨਕ ਗੁਰੂ ਗੁਰੂ ਹੈ ਪੂਰਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਜਿਵੇਂ ਗੁਰਬਾਣੀ ਪੜ੍ਹੀ ਤਿਵੇਂ ਤਿਵੇਂ ਨੂਰ ਸ਼ਾਹ ਉਹਨੇ ਬੜੇ ਯਤਨ ਕੀਤੇ ਸੀ, ਪਰ ਕੋਈ ਯਤਨ ਉਸਦਾ ਕਾਮਯਾਬ ਨਾ ਹੋਇਆ। ਜਿੰਨੇ ਧਾਗੇ ਤਵੀਤ ਜੋ ਜੰਤਰ ਮੰਤਰ ਜਦੋਂ ਆਈ ਹੈ ਐਕਸਾਈਟਿਡ ਹੋ ਕੇ, ਉਹਨੇ ਸਭ ਯਤਨ ਕਰ ਲਏ, ਪਰ ਕੋਈ ਯਤਨ ਪੂਰਾ ਨਹੀਂ ਕਰ ਸਕੀ। ਨਾ ਕਿਸੇ ਦੇ ਗਲ ਵਿੱਚ ਧਾਗਾ ਪਾ ਸਕੀ, ਨਾ ਕਿਸੇ ਨੂੰ ਵਸ ਵਿੱਚ ਕਰ ਸਕੀ। ਸਗੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸੋਂ ਇਹ ਪਵਿੱਤਰ ਰੱਬੀ ਬਾਣੀ ਸੁਣ ਕੇ ਉਹਦੇ ਕਪਾਟ ਖੁੱਲ ਗਏ। ਹੋਰ ਵੀ ਗੁਰਬਾਣੀ ਗਾਇਨ ਕੀਤੀ ਉੱਥੇ ਸਤਿਗੁਰਾਂ ਨੇ। ਰਾਗ ਤਿਲੰਗ ਮਹੱਲਾ ਪਹਿਲਾ, ਇਆਨੜੀਏ ਮਾਨੜਾ ਕਾਏ ਕਰੇ। ਇਹ ਸਾਰਾ ਸ਼ਬਦ ਤੁਸੀਂ ਆਪ ਪੜ੍ਹਨਾ ਘਰ। ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚੋਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਵਿੱਚੋਂ ਜੋ ਸ਼ਬਦ ਦਾਸ ਨੇ ਪੜ੍ਹਿਆ ਹੈ, ਅੰਗ ਹੈ 557 ਵਡਹੰਸ ਮਹੱਲਾ ਪਹਿਲਾ 557। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚੋਂ ਇਹ ਵੀ ਪੜ੍ਹਨਾ। ਇਆਨੜੀਏ ਮਾਨੜਾ ਕਾਏ ਕਰੇ। ਇਹ ਸਾਰੇ ਸ਼ਬਦ ਉਸ ਵੇਲੇ ਸਤਿਗੁਰਾਂ ਨੇ ਉਚਾਰਨ ਕੀਤੇ ਹਨ। ਚਰਣੀ ਪੈ ਗਈ ਸੀ ਨੂਰ ਸ਼ਾਹ, ਕਿਉਂਕਿ ਗੁਰਬਾਣੀ ਵਿੱਚ ਬੜੀ ਤਾਕਤ ਹੈ। ਅੱਜ ਵੀ ਸਤਿਗੁਰੂ ਜੀ ਸਾਨੂੰ ਹੁਕਮ ਕਰਦੇ ਹਨ, ਕੋਈ ਧਾਗਾ ਨਾ ਬੰਨੋ, ਕੋਈ ਤਵੀਤ ਨਾ ਗਲ ਵਿੱਚ ਪਾਓ, ਕੋਈ ਕੰਨਾਂ ਵਿੱਚ ਮੁੰਦਰਾ ਨਾ ਪਾਓ। ਜਪਜੀ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਵਿੱਚੋਂ ਬੜਾ ਗਿਆਨ ਮਿਲਦਾ ਹੈ। ਢਹਿ ਪਈ ਚਰਨਾਂ ਤੇ ਨੂਰ ਸ਼ਾਹ। ਗੁਰਬਾਣੀ ਦੇ ਸ਼ਬਦ ਸੁਣ ਕੇ, ਪਵਿੱਤਰ ਪਾਵਨ ਗੁਰਬਾਣੀ ਨੂੰ ਸੁਣ ਕੇ ਹੋਸ਼ ਆ ਗਈ। ਕਿਉਂਕਿ ਵੱਡੇ ਬਾਬਾ ਜੀ ਦੁਨੀਆ ਨੂੰ ਤਾਰਨ ਵਾਸਤੇ ਹੀ ਤਾਂ ਜਾਂਦੇ ਸੀ ਸਾਰੇ ਪਾਸੇ। ਕਹਿਣ ਲੱਗੀ, ਸਤਿਗੁਰੂ ਜੀ ਆ ਜਿੰਨੀਆਂ ਛਤਰੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦੇ ਰੂਪ ਹੁਣ ਕੁੱਤਿਆਂ ਵਾਲੇ ਹਨ, ਘੜੇ ਜੁੜੇ ਪਏ ਹਨ ਸਿਰਾਂ ਨਾਲ। ਮੈਂ ਸਾਰਾ ਯਤਨ ਕਰ ਲਿਆ ਹੈ, ਮੈਂ ਫੇਲ ਹੋ ਗਈ ਹਾਂ, ਇਹ ਨਹੀਂ ਲੈ ਰਹੇ। ਕਿਰਪਾ ਕਰੋ, ਕਿਰਪਾ ਕਰੋ, ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰੋ, ਮੈਂ ਹਾਰ ਗਈ। ਨੂਰ ਸ਼ਾਹ ਕਹਿਣ ਲੱਗੀ, ਤਿਰਿਆ ਰਾਜ ਦੀ ਜਿਹੜੀ ਸਾਰਿਆਂ ਤੋਂ ਵੱਡੀ ਸੀ, ਜਾਦੂਗਰਨੀਆਂ ਦੀ ਸਰਦਾਰ ਜਿਹੜੀ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਨੂਰ ਸ਼ਾਹ ਇਹ ਨਿਗੁਰਿਆਂ ਵਾਲੇ ਕੰਮ ਹਨ। ਗਲ ਵਿੱਚ ਧਾਗੇ ਪਾ ਦੇਣੇ, ਭੇਡੂ ਬਣਾ ਦੇਣਾ, ਇਹ ਗੁਰੂ ਵਾਲਿਆਂ ਦੇ ਕੰਮ ਨਹੀਂ, ਇਹ ਨਿਗੁਰਿਆਂ ਦੇ ਕੰਮ ਹਨ। ਇਹ ਸਾਖੀ ਅੱਜ ਵੀ ਸਿੱਖਿਆ ਦਿੰਦੀ ਹੈ। ਜੇ ਅੱਜ ਵੀ ਧਾਗਿਆਂ ਪਿੱਛੇ, ਤਵੀਤਾਂ ਪਿੱਛੇ, ਇਹਨਾਂ ਚੀਜ਼ਾਂ ਪਿੱਛੇ ਬੰਦਾ ਭੱਜਿਆ ਫਿਰਦਾ ਹੈ, ਉਹ ਬੁਰਾ ਹੈ, ਉਹ ਨਿਗੁਰਾ ਹੈ। ਤੇ ਨਿਗੁਰਾ ਹਮੇਸ਼ਾ ਬੁਰਾ ਹੁੰਦਾ ਹੈ। ਨਿਗੁਰੇ ਕਾ ਹੈ ਨਾਉ ਬੁਰਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ਼ਰਨ ਜਦੋਂ ਪੈ ਗਈ,
ਹਾਰ ਗਈ, ਉਪਦੇਸ਼ ਮੰਗਣ ਲੱਗ ਪਈ। ਬੇਨਤੀ ਕੀਤੀ, ਸਤਿਗੁਰੂ ਜੀ ਇਹਨਾਂ ਦੇ ਰੂਪ ਬਦਲ ਦਿਓ, ਇਹਨਾਂ ਦੇ ਸਿਰ ਤੋਂ ਅੱਡ ਅੱਡ ਘੜੇ ਜੁੜੇ ਪਏ ਹਨ, ਇਹ ਲੈ ਜਾਣ। ਸਾਡਾ ਕੋਈ ਜੰਤਰ ਮੰਤਰ ਨਹੀਂ ਚੱਲਿਆ ਆਪ ਜੀ ਦੇ ਅੱਗੇ। ਨੂਰ ਸ਼ਾਹ ਪੈ ਗਈ ਚਰਨਾਂ ਦੇ ਵਿੱਚ ਤੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤੇ। ਰਾਗ ਸੂਹੀ ਮਹੱਲਾ ਪਹਿਲਾ। ਮੰਝ ਕੁਚੱਜੀ ਅਮਾਵਣ ਡੋਸੜੇ, ਡੋਸੜੇ ਹੋਂ ਕਿਉਂ ਸੋਹਰਾਵਣ ਜਾਓ ਜੀਓ। ਇੱਕ ਦੂ ਇੱਕ ਚੜਨ ਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਤੁਸੀਂ ਆਪ ਪੜ੍ਹਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚੋਂ। ਹੋਰ ਵੀ ਗੁਰਬਾਣੀ ਉਚਾਰਨ ਕੀਤੀ। ਆਸਾ ਮਹੱਲਾ ਪਹਿਲਾ। ਤਾਲ ਮਦੀਰੇ ਘਟ ਕੇ ਘਾਟ, ਦੋਲਕ ਦੁਨੀਆ ਵਾਜਹਿ ਵਾਜ। ਨਾਰਦ ਨਾਚੈ ਕਲ ਕਾ ਭਾਓ, ਜਤੀ ਸਤੀ ਕਹਿ ਰਾਖਹਿ ਪਾਓ। ਨਾਨਕ ਨਾਮ ਵਿਟਹੁ ਕੁਰਬਾਨ, ਅੰਧੀ ਦੁਨੀਆ ਸਾਹਿਬ ਜਾਨ। ਨੂਰ ਸ਼ਾਹ ਨਾਮ ਜਪੋ ਉਸ ਵਾਹਿਗੁਰੂ ਦਾ। ਉਹ ਸੱਚੇ ਗੁਰੂ ਹਨ ਅਕਾਲ ਪੁਰਖ ਵਾਹਿਗੁਰੂ ਜੀ। ਧਰਮਸ਼ਾਲਾ ਬਣਾਓ, ਆਏ ਗਏ ਦੀ ਸੇਵਾ ਕਰੋ, ਸਿਮਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ। ਸਤਿਗੁਰਾਂ ਨੇ ਭਾਈ ਬਾਲਾ ਜੀ ਕਹਿਣ ਲੱਗੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਸਤਿਗੁਰੂ ਜੀ ਮੈਨੂੰ ਹੁਕਮ ਕੀਤਾ ਵੱਡੇ ਬਾਬਾ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਬਾਲਿਆ ਜਲ ਲਿਆ ਜਲ ਦਾ ਛੱਟਾ ਮਾਰ, ਇਸ ਕੁੱਤੀ ਤੇ ਇਹਨਾਂ ਭੇਡਾਂ ਤੇ ਅਜਨਾਂ ਦੇ ਘੜੇ ਜੁੜੇ ਹੋਏ ਹਨ, ਉਧਰ ਵੀ ਛੱਟਾ ਮਾਰ ਦੇ। ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਇਹਨਾਂ ਦੇ ਘੜੇ ਉਤਰ ਜਾਣਗੇ ਵਾਹਿਗੁਰੂ ਦੀ ਕਿਰਪਾ ਨਾਲ। ਇਹਨਾਂ ਦੇ ਰੂਪ ਵੀ ਬਦਲ ਜਾਣਗੇ। ਇਹ ਜੋ ਬਣ ਬੈਠੀਆਂ ਹਨ ਮੱਲੋ ਮੱਲੀ ਅੱਗੇ ਵੱਧਦੀਆਂ ਸਨ ਧਾਗੇ ਪਾਉਣ ਵਾਸਤੇ। ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਂ ਜਲ ਲਿਆ, ਸਤਨਾਮ ਵਾਹਿਗੁਰੂ ਕਹਿ ਕੇ ਜਿਵੇਂ ਜਿਵੇਂ ਛਿੜਕਿਆ ਉਹ ਭੇਡਾਂ ਤੋਂ ਫਿਰ ਉਸੇ ਆਪਣੀ ਦੇਹ ਵਿੱਚ ਰੂਪ ਵਿੱਚ ਆ ਗਈਆਂ। ਜੋ ਵੀ ਬਣੀਆਂ ਬੈਠੀਆਂ ਸਨ ਉਹਨਾਂ ਨੂੰ ਆਪਣਾ ਆਪਣਾ ਸਰੂਪ ਉਹੀ ਉਹ ਦੇਹ ਮਿਲ ਗਈ। ਜਦੋਂ ਮੈਂ ਸਤਨਾਮ ਵਾਹਿਗੁਰੂ ਕਹਿ ਕੇ ਜਿਨ੍ਹਾਂ ਦੇ ਘੜੇ ਜੁੜੇ ਹੋਏ ਸਨ ਸਿਰ ਤੇ ਉਹਨਾਂ ਵੱਲ ਛੱਟਾ ਮਾਰਿਆ ਤੇ ਆਖਿਆ ਸਤਨਾਮ ਸ੍ਰੀ ਵਾਹਿਗੁਰੂ, ਉਹਨਾਂ ਦੇ ਘੜੇ ਜਿਹੜੇ ਸਨ ਸਿਰ ਤੋਂ ਲੈ ਗਏ। ਸਾਖੀ ਹੋਰ ਵੀ ਲੰਬੀ ਹੈ। ਦਾਸ ਨੇ ਫਿਰ ਵੀ ਕੋਸ਼ਿਸ਼ ਕਰਕੇ ਜਿੰਨੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਕਿਉਂਕਿ ਬੰਦਾ ਤੇ ਕੁਝ ਕਰ ਨਹੀਂ ਸਕਦਾ ਤੇ ਨਾ ਬੰਦੇ ਕੋਲ ਆਪਣੀ ਬੁੱਧ ਹੈ। ਜਿੰਨੀ ਬੁੱਧ ਮਾਲਕ ਦਿੰਦੇ ਹਨ, ਵਾਹਿਗੁਰੂ ਜੀ ਦੀ ਦਿੱਤੀ ਹੋਈ ਬੁੱਧੀ ਅਨੁਸਾਰ ਛੋਟਾ ਜਿਹਾ ਗੁਲਦਸਤਾ ਬਣਾਇਆ ਹੈ। ਧਾਗੇ ਨਹੀਂ ਬੰਨਣੇ, ਤਵੀਤ ਨਹੀਂ ਪਾਉਣੇ, ਜੰਤਰ ਮੰਤਰ ਨਹੀਂ ਪੜ੍ਹਨੇ, ਜੰਤਰਾਂ ਮੰਤਰਾਂ ਵੱਲ ਮਨ ਨਹੀਂ ਜੋੜਨਾ। ਗੁਰੂ ਘਰ ਜਾਣਾ ਹੈ, ਸਾਧ ਸੰਗਤ ਕਰਨੀ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਹਿਮਾਂ ਤੋਂ, ਭਰਮਾਂ ਤੋਂ, ਧਾਗਿਆਂ ਤੋਂ, ਤਵੀਤਾਂ ਤੋਂ ਦੂਰ ਕੀਤਾ ਹੈ। ਇੱਕੋ ਆਸ ਰੱਖਣੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ, ਜਪਦੇ ਰਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ। ਕੋਈ ਕੁਝ ਨਹੀਂ ਕਰ ਸਕਦਾ। ਕਿਸੇ ਦਾ ਧਾਗਾ, ਕਿਸੇ ਦਾ ਤਵੀਤ। ਦੇਖੋ ਸਾਖੀ ਵਿੱਚ ਕਿਵੇਂ ਕਿਹਾ ਹੈ, ਮੱਲੋ ਮੱਲੀ ਭੱਜ ਭੱਜ ਕੇ ਗਲ ਧਾਗਾ ਪਾਉਂਦੀਆਂ ਸਨ ਤ੍ਰਿਆ ਰਾਜ ਦੀਆਂ ਇਸਤਰੀਆਂ, ਪਰ ਉਹਨਾਂ ਦੇ ਆਪਣੇ ਹੀ ਰੂਪ ਬਦਲ ਗਏ। ਇੱਕ ਮਰਦਾਨੇ ਨੂੰ ਭੇਡੂ ਬਣਾਇਆ, ਉਹ ਆਪ ਹੀ ਭੇਡੂ ਬਣ ਗਈਆਂ। ਫਿਰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਨਾਮ ਜਪਿਆ ਕਰੋ।
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਿੱਖਿਆ ਬਖਸ਼ਿਸ਼ ਕੀਤੀ ਹੈ, ਗੁਰਬਾਣੀ ਪੜ੍ਹੋ, ਸਿਮਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਨੇ ਜੋ ਜੋ ਆਗਿਆ ਕੀਤੀ ਹੈ, ਨਾਮ ਜਪੋ, ਇਹ ਨਿਗੁਰਿਆਂ ਦੇ ਕੰਮ ਹਨ। ਧਾਗੇ ਤਵੀਤਾਂ ਦੇ ਮਗਰ ਭੱਜਣਾ ਜਿਹੜੇ ਗੁਰੂ ਵਾਲੇ ਹਨ ਉਹਨਾਂ ਦਾ ਕੰਮ ਨਹੀਂ। ਇਹਨਾਂ ਧਾਗਿਆਂ ਪਿੱਛੇ, ਤਵੀਤਾਂ ਪਿੱਛੇ, ਜੰਤਰਾਂ ਪਿੱਛੇ, ਮੰਤਰਾਂ ਪਿੱਛੇ ਭੱਜਣਾ। ਸਾਖੀ ਪੜ੍ਹਦੇ ਹਾਂ, ਦਾਸ ਦਿਲਬਾਗ ਸਿੰਘ ਪਾਸੋਂ ਗੁਰਬਾਣੀ ਵਿਚਾਰ, ਲੀਡਸ ਯੂਕੇ ਤੋਂ। ਬੜੀਆਂ ਭੁੱਲਾਂ ਮੇਰੇ ਕੋਲੋਂ ਹੋ ਜਾਂਦੀਆਂ ਹਨ, ਮੈਂ ਭੁੱਲਣਹਾਰ ਹਾਂ। ਸਾਧ ਸੰਗਤ ਮੇਰੇ ਨਾਲੋਂ ਬੜੀ ਸਿਆਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਾਧ ਸੰਗਤ ਜੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਕਈ ਭੁੱਲਾਂ ਹੋ ਜਾਂਦੀਆਂ ਹਨ, ਮੈਨੂੰ ਬਖਸ਼ ਦੇਣਾ, ਬਖਸ਼ ਦੇਣਾ, ਬਖਸ਼ ਦੇਣਾ। ਗੁਰਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਰੱਖਿਆ ਹੋ ਜਾਵੇਗੀ। ਕੁਝ ਨਹੀਂ ਪਿਆ ਧਾਗਿਆਂ ਵਿੱਚ, ਤਵੀਤਾਂ ਵਿੱਚ, ਜੰਤਰਾਂ ਵਿੱਚ, ਮੰਤਰਾਂ ਵਿੱਚ। ਇਹ ਸਾਖੀਆਂ ਪੜ੍ਹਿਆ ਕਰੋ, ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚੋਂ, ਤੇ ਜਿਹੜੇ ਸ਼ਬਦ ਗਾਇਨ ਕੀਤੇ ਹਨ ਉਹ ਪੜ੍ਹਿਆ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚੋਂ ਜੋ ਸਾਡੇ ਗੁਰੂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।